एविडेंस उन्होंने वालों नहीं रखी जानी सी जी। साढ़े को क्वेश्चन सीगे, कुछ उन्होंने बारे उन्होंने तो पुछना सीगा, जो उम्मीद करते हैं उसके मुताबिक वो बिल्कुल जिवें मुकरदे होंदे आम अपनी सारिया गल्लां तो। अज भी बड़े कई बार उन्होंने कहा मैं धर्म नाल सच कहूँगा, तो सच एक भी नहीं बोलिया, सारे का सारा झूठ बोलिया। बिल्कुल हर चीज़ तो मुकरे है। जी चीज़ फाइल उन्होंने सामने रखी गई है, वह कागज विखाए गए हैं, कहते ओरिजिनल लैके आओ। जज साहब ने कहा ओरिजिनल तो गुम हुई, इस करके तो तुहानूं बुलाया है। फिर कोई जवाब नहीं हैगा। बेतुकीਆਂ ਗੱਲਾਂ ਜਿਹੜੀਆਂ ਕੀਤੀਆਂ। ਈਵਨ ਜੱਜ ਸਾਹਿਬ ਵੀ ਔਕਵਰਡ ਫੀਲ ਕਰ ਰਹੇ ਸੀ ਵੀ ਇਹ ਕਿਸ ਤਰ੍ਹਾਂ ਦਾ ਆਦਮੀ ਜਿਹਦੇ ਨਾਲ ਇਹ ਮਤਲਬ ਗਵਾਹੀ ਚੱਲ ਰਹੀ ਹੈ। ਪਹਿਲੀ ਗੱਲ ਤਾਂ ਮੈਂ ਜੇਲ੍ਹ ਅਥਾਰਟੀ 'ਤੇ ਬਹੁਤ ਵੱਡਾ ਇੱਕ ਕੁਐਸਚਨ ਉਠਾਉਣਾ ਕਿ ਉਹਦੇ ਕੱਪੜੇ ਪਾਏ ਹੋਏ ਸੀ ਬਲੂ ਅਤੇ ਪੱਗ ਬੰਨੀ ਹੋਈ ਸੀ ਜਿਹੜੀ ਯੈਲੋ। ਮਤਲਬ ਇਹ ਇੱਕ ਕੈਦੀ ਦਾ ਕੋਡ ਹੈਗਾ ਜਿਹੜਾ ਜੇਲ੍ਹ ਦੇ ਵਿੱਚ ਬਹਿ ਕੇ ਤੁਸੀਂ ਇੱਕ ਵੀਸੀ ਕਰ ਰਿਹਾ, ਅਤੇ ਉਹਨੂੰ ਕਿਹੜੇ ਮੈਨੂਅਲ ਦੇ ਨਾਲ ਮਤਲਬ ਉਹ ਸਿਵਲ ਡਰੈਸ ਜਿਹੜੀ ਹੈਗੀ ਅਲਾਓ ਕੀਤੀ ਗਈ ਜੇਲ੍ਹ ਦੇ ਵਿੱਚ। ਜੇਲ੍ਹ ਤੋਂ ਬਾਹਰ ਆਉਂਦੇ ਤਾਂ ਅਲੱਗ ਗੱਲ ਆ, ਸਮਝਦੇ ਇਸ ਗੱਲ ਨੂੰ। ਤਾਂ ਜੇਲ੍ਹ ਦੇ ਵਿੱਚ ਜਿਹੜਾ ਉਹਨੂੰ ਅਸਿਸਟੈਂਸ ਦਿੱਤੀ ਗਈ, ਉੱਥੇ ਜੇ ਡਿਸਟਰਬੈਂਸ ਆ ਰਹੀ ਸੀ ਦੇ ਵਿੱਚ ਉਹਦੇ ਵਿੱਚ ਕੋਈ ਆਵਾਜ਼ ਦੇ ਵਿੱਚ ਉਹਨੂੰ ਠੀਕ ਕਰਨ ਵਾਸਤੇ ਜਿਹਨੂੰ ਡਿਊਟੀ ਲੱਗ ਰਹੀ ਸੀ, ਉਹ ਸਰ 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 ਕਹਿ ਰਿਹਾ ਸੀ ਉਹ ਨਵਜੋਤ ਸਿੰਘ ਸਿੱਧੂ ਨੂੰ, ਯੈਸ ਸਰ ਸਰ। ਠੀਕ ਹੈ, ਇਹ ਜੇਲ੍ਹਾਂ ਵਿੱਚ ਨੇ ਕਿ ਇਹ ਆਪਣੇ ਦਫ਼ਤਰ ਚਲਾ ਰਹੇ ਬੈਠ ਕੇ ਆਪਣੇ ਉਹ ਜਿਸ ਤਰ੍ਹਾਂ ਦੇ ਮੰਤਰੀ ਹੈਗੇ ਸੀ ਉਸ ਤਰ੍ਹਾਂ ਦਾ ਇਹ ਬਿਹੇਵ ਕਰ ਰਹੇ ਆ। तो साढ़े जेलों का सिस्टम का बेड़ा गर्क। हरजोत सिंह बैंस जोड़ा इस टाइम बड़ा सब तो घटिया जोड़ा जेल मंत्री बनाया हुआ साडा। वैसे तो पहला भी सिरे दे रहे जोड़े है, तो ये उन्होंने भी प्यो साबित होया। इसकी निगरानी जोड़ा इन्हें बेड़ा गर्क किया होया, वह एक नमूना अज वेखण नूं मिलिया कि नवजोत सिंह सिद्धू इस तरह से जिवें सरकार का जवाई बना के बिठाया होंदा है, इस तरीके बिहेव किया जा रहा है। हर चीज़ जी हैगी उन्हें झूठ बोलिया, हर चीज़ तो मुकरिया। अपने सैकटरियां के नाम तक दस्सण तो इनकारी सीगा, वेणु प्रसाद का नाम दस्सण तो इनकारी सी, कहंदा मैनूं पता है मैं दसना नहीं गा। तो जज साहब भी मुस्करा रहे थे सुन के भी ये कह की रहा भी मैनूं पता है मैं दसना नहीं। ये गवाही हैगी है। होर जिहड़ी गल भी पुछी गई, अंगद सोही ਉਹਦਾ ਇੱਕ ਜਿਹੜਾ ਹੈਗਾ ਸੀਗਾ PA ਸੀ, ਜਿਹਨੂੰ ਕਿ ਇਹਨੇ ਆਪ ਲਿਖਤੀ ਮਤਲਬ ਐਪਲੀਕੇਸ਼ਨ ਦੇ ਕੇ ਮਾਈਨਿੰਗ ਡਿਪਾਰਟਮੈਂਟ 'ਚੋਂ ਲਿਆਦਾ ਸੀ, ਆਪਣਾ PA ਲਾਇਆ ਸੀ, ਉਹਦੇ ਬਾਰੇ ਮੁੱਕਰ ਗਿਆ। ਕਹਿੰਦਾ ਕਿ ਹੈ ਹੀ ਨਹੀਂਗਾ, ਮਤਲਬ ਮੈਨੂੰ ਨਾਮ ਹੀ ਨਹੀਂ ਯਾਦ ਕਿਸੇ ਦਾ, ਸਿਰਫ ਇੱਕ ਬਨੀ ਸੰਧੂ ਤੋਂ ਇਲਾਵਾ ਹੋਰ ਕਿਸੇ ਦਾ ਜ਼ਿਕਰ ਕਰਨ ਨੂੰ ਤਿਆਰ ਨਹੀਂ ਸੀਗਾ। ਮੇਰੇ ਬਾਰੇ ਜ਼ਿਕਰ ਕੀਤਾ, ਬਿਲਕੁਲ ਕਹਿੰਦਾ ਮੇਰੇ ਕੋਲ ਤਾਂ ਪਤਾ ਨਹੀਂ ਕਿੰਨੀਆਂ ਇਨਕੁਆਰੀਆਂ ਆਈਆਂ, ਕਿੰਨੇ ਥਾਊਜ਼ੈਂਡਸ, ਫਿਰ ਲੱਖਾਂ ਵੀ ਕਹਿ ਗਿਆ ਇੱਕ ਵਾਰੀ ਵੀ ਲੱਖਾਂ ਇਨਕੁਆਰੀਆਂ ਵੀ ਕਹਿ ਗਿਆ, ਹਜ਼ਾਰਾਂ ਤਾਂ ਪਤਾ ਨਹੀਂ ਕਿੰਨੀ ਵਾਰੀ ਕਿਹਾ ਵੀ ਮੈਨੂੰ ਤਾਂ ਇਹੋ ਜਿਹੀਆਂ ਇਨਕੁਆਰੀਆਂ ਆਉਂਦੀਆਂ ਰਹਿੰਦੀਆਂ। ਪਰਸਨਲੀ ਮੇਰੇ ਬਾਰੇ ਕਿਹਾ ਹਾਂ ਵੀ ਇਹ ਮੈਨੂੰ ਮੇਰੇ ਕੋਲ ਲੱਗਿਆ ਸੀ, ਇਹ ਬਹੁਤ ਇਮਾਨਦਾਰ ਸੁਣਿਆ ਸੀ ਮੈਂ, ਪਰ ਬਾਅਦ ਵਿੱਚ CM ਨੇ ਮਤਲਬ ਇਹਨੂੰ ਮਤਲਬ ਮੈਨੂੰ ਬਿਨਾਂ ਪੁੱਛੇ ਤੋਂ ਰਿਮੂਵ ਕਰ ਦਿੱਤਾ। ਹੁਣ ਇਹਦੇ 'ਚ ਪਤਾ ਨਹੀਂ ਉਹ ਮੇਰੀ ਤਾਰੀਫ ਕਰ ਰਿਹਾ ਸੀ ਕਿ ਬਦਨਾਮੀ, ਇਹ ਤਾਂ ਮੈਨੂੰ ਤਾਂ ਸਮਝ ਨਹੀਂ ਆਏਗੀ ਵੀ ਇਹ ਕੀ ਸੀਗਾ ਜਿਹੜਾ ਉਹਦਾ ਜਵਾਬ ਸੀਗਾ। ਠੀਕ ਹੈ, ਤਾਂ ਹਰ ਗੱਲ ਨੂੰ ਜਿਹੜਾ ਗੋਲ ਕਹਿਣਾ ਅਤੇ ਜਿਹੜੀ ਚੋਰੀ ਦੇ ਨਾਲ ਮਤਲਬ ਝੂਠ ਬੋਲਣਾ, ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਬਲੱਡ ਦੇ ਵਿੱਚ ਵੜੀਆਂ ਹੋਈਆਂ। ਤਾਂ ਜੋ ਕਰਤੂਤ ਉਮੀਦ ਰੱਖਦੇ ਸੀ ਨਵਜੋਤ ਸਿੰਘ ਸਿੱਧੂ ਤੋਂ, ਉਹੀ ਘੋਲੀ ਹੈ। ਬਿਲਕੁਲ ਵੇਣੂ ਪ੍ਰਸ਼ਾਦ ਨੂੰ ਬਚਾਉਣ ਦੀ ਕੋਸ਼ਿਸ਼ ਹੈ ਸਾਰੀ। ਮੈਂ ਫਿਰ ਦੁਹਰਾ ਕੇ ਕਹਿਣਾ ਚਾਹੁੰਦਾ ਕਿ ਇਹਦੇ 'ਚ ਆਸ਼ੂ ਦਾ ਜਿਹੜਾ ਆਮ ਤੌਰ 'ਤੇ ਮੀਡੀਆ ਦੀ ਪ੍ਰੋਬਲਮ ਹੈ, ਆਸ਼ੂ ਨੂੰ ਬਚਾ ਰਿਹਾ, ਆਸ਼ੂ ਨੂੰ ਕੋਈ ਬਚਾ ਨਹੀਂ ਰਿਹਾ। ਆਸ਼ੂ ਦਾ ਕੋਈ ਉਹਦੇ 'ਚ ਮਸਲਾ ਹੀ ਨਹੀਂ ਹੈਗਾ। ਆਸ਼ੂ ਦਾ ਜਿਹੜੇ ਖੁਦ ਡਿੱਗਿਆ ਉਹ 'ਚੋਂ ਵੈਸੇ ਹੀ ਨਹੀਂ ਨਿਕਲਣਾ ਉਹਨੇ, ਇਹ ਬਚਾਵੇ ਜਾਂ ਨਾ ਬਚਾਵੇ। ਮੁੱਦਾ ਹੈਗਾ ਵੇਣੂ ਗੋਪਾਲ ਦਾ, ਵੇਣੂ ਪ੍ਰਸ਼ਾਦ ਦਾ, ਜਿਹੜਾ ਕਿ ਪ੍ਰਿੰਸੀਪਲ ਸੈਕਟਰੀ ਪ੍ਰੈਜ਼ੈਂਟ ਹੈ, ਭਗਵੰਤ ਮਾਨ ਦੇ ਨਾਲ ਲੱਗਿਆ ਹੋਇਆ ਹੈ, ਜਿਹਨੇ ਸਾਰੇ ਜਿਹੜੇ ਬਿਜਲੀ ਦੇ ਸਮਝੌਤੇ ਬਾਦਲਾਂ ਵੇਲੇ ਕੀਤੇ ਆ ਸਾਰੇ ਇਹਦੇ ਸਾਈਨਾਂ ਨਾਲ ਹੋਏ ਹੋਏ ਆ। ਮਹਾ ਕਰਪਟ ਆਦਮੀ, ਮੈਂ ਸ਼ਰੇਆਮ ਸਾਹਮਣੇ ਕਹਿ ਰਿਹਾ। ਠੀਕ ਹੈ, ਜਿੱਥੇ ਮਰਜ਼ੀ ਮੈਨੂੰ ਇਹ 'ਤੇ ਕਾਲ ਕੀਤਾ ਜਾ ਸਕਦਾ। ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ, ਨਵਜੋਤ ਸਿੰਘ ਸਿੱਧੂ ਕਰ ਰਿਹਾ ਹੈ, ਹਾਈ ਕੋਰਟ ਕਰ ਰਹੀ ਹੈ। ਹਾਈ ਕੋਰਟ ਦੇ ਜੱਜ ਜਿਹੜਾ ਅਰੁਣ ਮੋਂਗਾ ਹੈ, ਉਸ ਦੁਕਾਨ ਨੇ ਫਿਰ ਸੌਦਾ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ, ਹੋਰ ਤੱਕ ਤੋਂ ਮਿਲਿਆ ਨਹੀਂ ਹੈਗਾ। ਤਾਂ ਸਾਡੀਆਂ ਇਹ ਦੁਕਾਨਾਂ ਜਿਹੜੀਆਂ ਉੱਪਰਲੀਆਂ ਹੈਗੀਆਂ ਹਰ ਟਾਈਮ ਰਾਤ ਨੂੰ ਵੀ ਖੋਲ੍ਹ ਕੇ ਜਿਹੜਾ ਹੈਗਾ ਆਪਣਾ ਸਮਾਨ ਵੇਚਣ ਵਾਸਤੇ ਤਿਆਰ ਰਹਿੰਦੀਆਂ। ਤਾਂ ਮੈਂ ਲੱਕੜ ਸਿਰੇ ਜੱਜ ਕਹਿੰਦਾ ਹੁੰਦਾ, ਇਹ ਲੱਕੜ ਦੇ ਸਿਰ ਵਾਲੇ ਜੱਜ ਬੈਠੇ ਆ ਸਾਡੀਆਂ ਹਾਈ ਕੋਰਟਾਂ ਵਿੱਚ, ਜਿਨ੍ਹਾਂ ਨੂੰ ਇਹ ਸ਼ਰਮ ਵੀ ਨਹੀਂ ਹੈਗੀ ਕਿ ਥੋੜ੍ਹਾ ਬਹੁਤ ਇਨਸਾਫ ਜਿਹੜਾ ਅਸੀਂ ਥੱਲੇ ਡਿਲੀਵਰ ਕਰਨ ਦੇ ਵਾਸਤੇ ਹੇਠਲੀਆਂ ਅਦਾਲਤਾਂ ਨੂੰ ਜਿਹੜਾ ਹੈਗਾ ਅਲਾਓ ਕਰ ਦਈਏ। ਜੇ ਕੋਈ ਲੱਗਦੀ ਹੈ ਉਮੀਦ, ਕਿੰਨੇ ਲੰਬੇ ਸਮੇਂ ਤੋਂ 2-2.5 ਸਾਲ ਤੋਂ ਇਸ ਕੇਸ ਨੂੰ ਅਸੀਂ ਪਰਸਿਊ ਕਰਕੇ ਕੋਸ਼ਿਸ਼ ਕਰ ਰਹੇ ਸੀ ਕਿ ਸਾਹਮਣੇ ਆ ਕੇ ਗੱਲ ਕਰ ਲਵੇ, ਤਾਂ ਉਹ ਜਿਹੜਾ ਹੈਗਾ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਜਿਹੜਾ ਹੈਗਾ ਇੰਟਰਵੈਂਸ਼ਨ ਨੇ ਮੈਂ ਸੀਨਾ ਚੋਰੀ ਕਹੂੰਗਾ। ਠੀਕ ਹੈ, ਇਸ ਹਾਈ ਕੋਰਟ ਦੀ ਸੀਨਾ ਚੋਰੀ ਦੇ ਨਾਲ ਇਹ ਕੇਸ ਦਾ ਬੇੜਾ ਗਰਕ ਜਿਹੜਾ ਇਹਨਾਂ ਨੇ ਕਰਨ 'ਚ ਮਤਲਬ ਕੋਸ਼ਿਸ਼ ਕਰ ਰਹੇ, ਪਰ ਸਾਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਝੂਠ ਤੇ ਸੱਚ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣਾ। ਨਵਜੋਤ ਸਿੰਘ ਸਿੱਧੂ ਨੇ ਆਪਣਾ ਬੇਸਿਕ ਕਰੈਕਟਰ ਧਰਮ ਨਾਲ ਸਹੁੰ ਖਾ ਕੇ ਜਿੰਨੇ ਝੂਠ ਮਾਰੇ, ਧਰਮ ਨੂੰ ਤਾਂ ਕਦੇ ਮੰਨਦੇ ਹੀ ਨਹੀਂ। ਅਸੀਂ ਭੋਲੇ ਭਾਲੇ ਪੰਜਾਬੀ ਹਮੇਸ਼ਾ ਕਰਤਾਰਪੁਰ ਦਾ ਲਾਂਘਾ ਅਤੇ ਇਹੋ ਜਿਹੀਆਂ ਗੱਲਾਂ ਵੀ ਇਹਨਾਂ ਦੇ ਖਾਤੇ ਪਾ ਦਿੰਦੇ ਆ, ਅਤੇ ਇਹ ਤਾਂ ਵਪਾਰ ਕਰਦੇ ਧਰਮ ਨੂੰ ਵੇਚਣ ਦਾ, ਜਿਹਦਾ ਸਭ ਤੋਂ ਵੱਧ ਨੰਗਾ ਨਾਚ ਅੱਜ ਪਤਾ ਨਹੀਂ ਕਿੰਨੀ ਵਾਰੀ ਕਹਿ ਕੇ ਮਤਲਬ ਨਹੀਂ ਨਵਜੋਤ ਸਿੰਘ ਸਿੱਧੂ ਨੇ ਉਸ ਜਿਹੜੀ ਹੈਗੀ ਹੈ VC ਦੇ ਵਿੱਚ, ਕਿਉਂਕਿ ਹੁਣ ਵਿਖਾਈ ਤਾਂ ਜਾ ਨਹੀਂ ਸਕਦੀ ਕਿਸੇ ਨੂੰ, ਜੋ ਬੋਲਿਆ ਉਹ ਤੋਂ ਲਿਖਿਆ ਤਾਂ ਗਿਆ ਹੀ ਹੈਗਾ, ਪਰ ਉਹ ਵੇਖਣ ਵਾਲਾ ਸੀ ਦੁਨੀਆ ਦੇ। ਜੇ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੋਵੇ ਤਾਂ ਇਹ ਜਿਹੜੀ VCਆਂ ਜਿਹੜੀਆਂ ਹੈਗੀਆਂ ਜਨਤਕ ਵੀ ਹੋਣੀਆਂ ਚਾਹੀਦੀਆਂ, ਤਾਂ ਕਿ ਲੋਕ ਕਿਰਦਾਰ ਵੇਖ ਲੈਣ ਵੀ ਇਹ ਹੈਗੇ ਹੀ ਕੌਣ। ਦੇਖੋ ਸਾਹਿਬ, ਇਸ ਤੋਂ ਇਲਾਵਾ ਤੁਸੀਂ ਵੀ ਆਪਣੇ ਜਿਹੜੇ ਤੱਥ ਪੇਸ਼ ਕੀਤੇ, ਤੁਸੀਂ ਵੀ ਸਾਹਮਣੇ ਗਵਾਹ ਦੇ ਤੌਰ 'ਤੇ ਸੀਗੇ, ਜਿਸ ਤਰ੍ਹਾਂ ਉਹਨਾਂ ਨੂੰ ਬੁਲਾਇਆ ਤੇ ਤੁਸੀਂ ਵੀ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਨੇ। ਫਿਰ ਉਸ ਤੋਂ ਬਾਅਦ
ਹਰ ਚੀਜ਼ ਐਵੀਡੈਂਸ ਉਹਨੂੰ ਵਿਖਾਈ ਗਈ, ਜਿਹੜੀ ਕਿ ਜਿਹਦੇ ਵਾਸਤੇ ਅਸੀਂ ਕਿਹਾ ਗਿਆ ਸੀ ਕਿ ਇਹਨੂੰ ਇੱਥੇ ਬੁਲਾਉਣਾ ਜ਼ਰੂਰੀ ਹੈ। ਵੀਸੀ ਤੋਂ ਅਸੀਂ ਕਿਉਂ ਮਤਲਬ ਚਾਹੁੰਦੇ ਸੀ ਕਿ ਵੀਸੀ ਦੇ ਵਿੱਚ ਸਾਹਮਣੇ ਖੜਾ ਹੋ ਕੇ ਕੁਝ ਡਾਕੂਮੈਂਟਸ ਜਿਹੜੇ ਮੁੱਕਰ ਗਿਆ, ਬਿਲਕੁਲ ਵੈਸੇ ਤਾਂ ਉਹ ਮੁੱਕਰਿਆ ਇਹ ਕਹਿ ਕੇ ਕਿ ਮੈਂ ਜਿਹੜਾ ਫੋਟੋਕਾਪੀ ਜਿਹੜੀ ਹੈਗੀ ਇਹਨੂੰ ਮੰਨਦਾ ਹੀ ਨਹੀਂ, ਹਾਲਾਂਕਿ ਉਹਨੇ ਇੱਥੇ ਵੀ ਇਹੀ ਕਰਨਾ ਸੀਗਾ, ਪਰ ਬਿਲਕੁਲ ਸਾਹਮਣੇ ਪਏ ਕਾਗਜ਼ਾਂ ਨੂੰ ਜਿਹੜਾ ਹੈਗਾ, ਜਿਵੇਂ ਵੇਨੂ ਪ੍ਰਸ਼ਾਦ ਵੀ ਇਹੀ ਕਰਕੇ ਗਿਆ ਸੀ ਪਹਿਲਾਂ, ਡਾਕੂਮੈਂਟ ਸਾਹਮਣੇ ਪਏ, ਉਹਨਾਂ ਨੂੰ ਕਹਿਣਾ ਤਾਂ ਪੈਂਦਾ ਹੈ। ਉਹ ਕੁਝ ਚੀਜ਼ਾਂ ਘਵਾ ਲਈਆਂ ਜਾਂਦੀਆਂ ਜਿਹੜੀਆਂ ਕਿ ਇਹਨਾਂ ਨੂੰ ਕਹਿਣੀਆਂ ਮਜਬੂਰੀ ਹੁੰਦੀਆਂ ਕਿ ਇਹ ਉਹਦੇ ਵਰਗੇ ਲੱਗਦੇ ਆ, ਜਿਵੇਂ ਵੇਨੂ ਪ੍ਰਸ਼ਾਦ ਨੇ ਕਿਹਾ ਵੀ ਹਾਂ ਮੇਰੇ ਸਾਈਨਾਂ ਵਰਗੇ ਸਾਈਨ ਹੈ, ਤਾਂ ਨਵਜੋਤ ਸਿੰਘ ਸਿੱਧੂ ਜੇ ਸਾਹਮਣੇ ਹੁੰਦਾ ਤਾਂ ਉਹਨੂੰ ਇਹ ਕਹਿਣਾ ਪੈਣਾ ਸੀਗਾ। ਤਾਂ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ, ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਹੜੀ ਹਾਈ ਕੋਰਟ ਜਿਹੜੀ ਹੈਗੀ ਹੈ ਉਹਦੀ ਇੰਟਰਵੀਨੈਂਸ ਕਰਕੇ ਇਹ ਬਿਲਕੁਲ ਖਰਾਬ ਹੋਇਆ ਕੇਸ। ਤੇ ਬਹੁਤ ਕੁਝ ਅਸੀਂ ਚੀਜ਼ਾਂ ਪੁੱਛੀਆਂ, ਉਹਦਾ ਜਵਾਬ ਉਹਨੇ ਉਸੇ ਤਰੀਕੇ ਨਾਲ ਦਿੱਤਾ ਜਿਸ ਤਰੀਕੇ ਨਾਲ ਆਪਦੀ ਮਰਜ਼ੀ ਨਾਲ ਕਰਨਾ ਚਾਹੁੰਦਾ ਸੀਗਾ। ਉਹ ਇਸ ਤਰ੍ਹਾਂ ਲੱਗ ਰਿਹਾ ਸੀਗਾ ਜਿਵੇਂ ਉਹ ਜੱਜ ਹੁੰਦਾ ਤੇ ਇੱਥੇ ਜਿਹੜੇ ਇੱਧਰਲੇ ਪਾਸੇ ਬੈਠੇ ਜਿਹੜੇ ਲੋਕ ਬੈਠੇ ਆ ਉਹ ਕੋਈ ਉਹਦੇ ਮੁਜਰਮ ਹੁੰਦੇ ਆ, ਤੇ ਇਸ ਤਰੀਕੇ ਨਾਲ ਵਰਤਾਰਾ ਕਰ ਰਿਹਾ ਸੀ। ਜੇਲ੍ਹ ਵਿੱਚ ਬੈਠਾ ਆਦਮੀ ਇੰਨੀ ਐਰੋਗੈਂਸ ਜਿਹੜੀ ਹੈਗੀ ਹੈ, ਮੈਂ ਕਹਿੰਦਾ ਇੱਕ ਪੈਸੇ ਦਾ ਉਸ ਬੰਦੇ ਦੇ ਜੇ ਵਾਲ ਭਰਦਾ ਵੀ ਉਸ 'ਤੇ ਫਰਕ ਨਹੀਂ ਕਿ ਉਹ ਜੇਲ੍ਹ 'ਚ ਬੈਠਾ। ਬਾਕੀ ਮੈਂ ਪਹਿਲਾਂ ਦੱਸ ਹੀ ਚੁੱਕਿਆ ਕਿ ਜੇਲ੍ਹ ਦੇ ਵਿੱਚ ਤਾਂ ਉਹਨੂੰ ਜਿਹੜਾ ਰਿਸ਼ਤੇਦਾਰਾਂ ਵਾਲਾ, ਜਵਾਈਆਂ ਭਾਈਆਂ ਵਾਲਾ ਜਿਹੜਾ ਹੈਗਾ ਜਿਹੜਾ ਆਓ ਭਗਤ ਹੈ, ਉਹ ਮਾਨ ਸਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਹਰਜੋਤ ਸਿੰਘ ਬੈਂਸ ਹੋਰਾਂ ਦੀ ਨਿਗਰਾਨੀ ਦੇ ਵਿੱਚ। ਜੀ ਕੋਰਟ ਦੇ ਵਿੱਚ ਕਿਸ ਤਰੀਕੇ ਦਾ ਡਿਸੀਜਨ ਆਇਆ, ਕਿਉਂਕਿ ਗਵਾਹੀ ਹੋ ਗਈ ਹੈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ? ਨਹੀਂ, ਕੋਈ ਡਿਸੀਜਨ ਨਹੀਂ, ਇਹ ਤਾਂ ਇਹ ਅੱਗੇ ਚੱਲਣਾ ਹੈ। ਡਿਸੀਜਨ ਵਾਲਾ ਤਾਂ ਮਸਲਾ ਹੀ ਨਹੀਂ ਹੈਗਾ। ਡਿਸੀਜਨ ਤਾਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਹੋਣਾ ਹੈ। ਉਹ ਇੱਕ ਜਿਹੜਾ ਆ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵਿੱਚ ਜ਼ਿਕਰ ਕੀਤਾ ਸੀ ਉਹ ਖਤਮ ਹੋ ਗਿਆ। ਉਹ ਖਤਮ ਤਾਂ ਹੀ ਹੋਇਆ ਨਾ, ਅਸੀਂ ਦੇਖਦੇ ਹਾਂ ਜੇ ਇਸ ਕੇਸ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਕੇਸ ਵੇਨੂ ਪ੍ਰਸ਼ਾਦ ਨੂੰ ਡੈਫਰ ਕੀਤਾ ਗਿਆ ਸੀਗਾ ਇਹਦੀ ਗਵਾਹੀ ਵਾਸਤੇ, ਹੁਣ ਫਿਰ ਦੁਬਾਰਾ ਉਹਨੂੰ ਬੁਲਾਵਾਂਗੇ। ਉਹ ਫਿਰ ਕੀ ਕਹਿੰਦਾ ਆ ਕੇ, ਉਸ ਤੋਂ ਬਾਅਦ ਜੇ ਜ਼ਰੂਰਤ ਪਊ ਨਵਜੋਤ ਸਿੰਘ ਸਿੱਧੂ ਨਾਲ ਦੁਬਾਰਾ ਵੀ ਵੀਡੀਓ ਕਾਨਫਰੰਸ ਤੇ ਇੱਕ ਅੱਧੀ ਵਾਰੀ ਗੱਲਬਾਤ ਕੀਤੀ ਅਗਲੀ ਤਰੀਕ ਕਿੰਨੀ ਹੈ? 14 ਤਰੀਕ ਪਈ ਹੈ ਜੀ, ਹੁਣ ਆਹ 14 10 ਦਿਨ ਤੋਂ ਬਾਅਦ ਆਈ। ਦਲੀਲਾਂ ਨਹੀਂ ਜੀ, ਉਹ ਅਸੀਂ ਗਵਾਹ ਸੰਮਨ ਕੀਤਾ ਸੀ ਸਿੱਧੂ ਨੂੰ, ਜਿਹੜੀ ਸੇਖੋ ਸਾਹਿਬ ਨੂੰ ਇਨਕੁਆਇਰੀ ਮਾਰ ਕੀਤੀ ਸੀ। ਅੱਜ ਉਹਨੂੰ ਪੁੱਛਿਆ ਗਿਆ ਵੀ ਤੂੰ ਇਨਕੁਆਇਰੀ ਮਾਰ ਕੀਤੀ ਸੀਗੀ, ਫੋਟੋਕਾਪੀ ਉਹਨੂੰ ਦਿਖਾਈ ਗਈ ਵੀ ਤੇਰੇ ਸਾਈਨਾਂ ਹੇਠ ਆਈ ਸੀ ਤੇ ਇਹ ਤੂੰ ਰਿਪੋਰਟ ਕੀਤੀ। ਉਹ ਕਹਿੰਦਾ ਜੀ ਮੈਂ ਫੋਟੋਕਾਪੀ ਐਡਮਿਟ ਨਹੀਂ ਕਰਨੀ ਚਾਹੁੰਦਾ, ਮੈਨੂੰ ਓਰੀਜਨਲ ਫਾਈਲ ਦਿਖਾਓ। ਫਿਰ ਓਰੀਜਨਲ ਫਾਈਲ ਦੇ ਸਵਾਲ ਪੁੱਛੇ ਉਹਨੂੰ, ਉਹ ਕਹਿੰਦਾ ਜੀ ਮੈਨੂੰ ਪਤਾ ਹੀ ਕੁਛ ਨਹੀਂ, ਮੈਂ ਤਾਂ ਲੱਖਾਂ ਫਾਈਲਾਂ ਡੀਲ ਕੀਤੀਆਂ। ਇਹਦਾ ਮਤਲਬ ਉਹ ਕੁਛ ਦੱਸਣਾ ਹੀ ਨਹੀਂ ਚਾਹੁੰਦਾ, ਪਤਾ ਉਹਨੂੰ ਸਭ ਹੈ। ਫਿਰ ਮੈਂ ਪੁੱਛਿਆ ਉਹਨੂੰ ਵੀ ਤੂੰ ਬਲਵਿੰਦਰ ਸਿੰਘ ਸੇਖੋਂ ਡੀਐਸਪੀ ਸਾਹਿਬ ਨੂੰ ਜਾਣਦਾ? ਕਹਿੰਦਾ ਹਾਂਜੀ ਜਾਣਦਾ, ਬੜੇ ਓਨੈਸਟ ਅਫਸਰ ਸੀਗੇ ਤੇ ਮੇਰੇ ਕੋਲ ਲਿਆਂਦੇ ਗਏ ਸੀਗੇ ਤੇ ਮੇਰੀ ਮਰਜ਼ੀ ਤੋਂ ਬਗੈਰ ਸੀਐਮ ਸਾਹਿਬ ਦੇ ਆਰਡਰ ਨਾਲ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਤਾਂ ਫਿਰ ਬਾਅਦ ਚੋਂ ਡਿਸਮਿਸ ਕਰ ਦਿੱਤਾ ਗਿਆ ਸੀ। ਕੀ ਲੱਗਦਾ ਜੀ ਫਿਰ ਤੁਸੀਂ ਅੱਗੇ ਕੀ ਉਹਨਾਂ ਨੇ ਆਪਣੇ ਜਿਹੜੇ ਕੁਛ ਨਹੀਂ, ਅਸੀਂ ਵੇਨੂ ਪ੍ਰਸਾਦ ਜੀ ਦੀ ਗਵਾਹੀ ਚੱਲ ਰਹੀ ਹੈ। ਜੋ ਉਹਨਾਂ ਦੀ ਗਵਾਹੀ ਡੈਫਰ ਹੋਈ ਸੀਗੀ ਵੀ ਅਸੀਂ ਸਿੱਧੂ ਸਾਹਿਬ ਤੋਂ ਕੁਝ ਇਨਕੁਆਇਰੀ ਬਾਰੇ ਪੁੱਛਣਾ, ਉਹਨਾਂ ਨੇ ਜਿਹੜੇ ਜਵਾਬ ਨਹੀਂ ਦਿੱਤੇ ਅਸੀਂ ਵੇਨੂ ਪ੍ਰਸਾਦ ਜੀ ਤੋਂ ਪੁੱਛਾਂਗੇ। ਉਸ ਤੋਂ ਬਾਅਦ ਜੇ ਸਾਨੂੰ ਮਹਿਸੂਸ ਹੋਊਗਾ ਅਸੀਂ ਕੋਰਟ 'ਚ ਦੁਬਾਰਾ ਐਪਲੀਕੇਸ਼ਨ ਲਾ ਕੇ ਇਹਨਾਂ ਨੂੰ ਸੰਮਨ ਫਿਰ ਕਰਾਂਗੇ, ਜਾਂ ਹੋ ਸਕਦਾ ਆਉਣ ਵਾਲੇ ਵਕਤ 'ਚ ਸਾਨੂੰ ਇਹਨਾਂ ਨੂੰ ਹੌਸਟਾਈਲ ਕਰਨਾ ਪਵੇ, ਕਿਉਂਕਿ ਜਿਹੋ ਜਿਹਾ ਉਹਨਾਂ ਦਾ ਐਟੀਟਿਊਡ ਹੈ। ਉਹ ਕਹਿੰਦੇ ਪਤਾ ਮੈਨੂੰ ਸਭ ਕੁਝ ਹੈ, ਨਾ ਮੈਂ ਆਪਣੇ ਸੈਕਟਰੀ ਬਾਰੇ ਦੱਸਣਾ ਚਾਹੁੰਦਾ, ਨਾ ਮੈਂ ਆਪਣੇ ਆਫੀਸ਼ੀਅਲ OSD ਬਾਰੇ ਦੱਸਣਾ ਚਾਹੁੰਦਾ, ਪਤਾ ਮੈਨੂੰ ਸਭ ਕੁਝ ਹੈ। ਇਹ ਵੀ ਗੱਲ ਔਨ ਰਿਕਾਰਡ ਦਰਜ ਹੋ ਗਈ ਹੈ। ਹੁਣ ਸਰ ਅਗਲੀ ਤਰੀਕ ਜਿਹੜੀ ਆ ਕਦੋਂ ਦੀ ਹੈਗੀ ਹੈ? ਅਗਲੀ ਤਰੀਕ 14/11 ਪਾਈ ਹੈ ਮਾਨਯੋਗ ਅਦਾਲਤ ਨੇ, ਤੇ 14/11 ਨੂੰ ਅਸੀਂ ਐਪਲੀਕੇਸ਼ਨ ਪਹਿਲੇ ਹੀ ਮੂਵ ਕਰਕੇ ਵੇਨੂ ਪ੍ਰਸਾਦ ਜੀ ਤੇ ਡਾਇਰੈਕਟਰ ਸੀਗੇ ਜਿਹੜੇ ਕਰੁਣਾਇਸ਼ ਜੀ, ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਗਵਾਹੀ ਕਲਮਬੰਦ ਕਰਾਵਾਂਗੇ।